ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਮੀਤ। ਪਿਛਲੇ ਦਿਨਾਂ ਦੇ ਵਿੱਚ ਨਸ਼ੇ ਨੂੰ ਲੈ ਕੇ ਵੱਡੀ ਡਿਬੇਟ ਚੱਲੀ ਹੈ। ਇੱਕ ਫਿਲਮ ਵੀ ਨਸ਼ੇ ਦੇ ਉੱਤੇ ਹੀ ਬਣਾ ਦਿੱਤੀ ਗਈ, ਮਗਰ ਸਭ ਤੋਂ ਵੱਡਾ ਕਾਰਨ ਸੀ ਕਿ ਪੰਜਾਬ ਤੇ ਪੰਜਾਬੀਆਂ ਦਾ ਨਾਮ ਹਰ ਜਗ੍ਹਾ ਲਿੱਤਾ ਗਿਆ। ਕੀ ਪੰਜਾਬ ਦੇ ਵਿੱਚ ਨਸ਼ਾ ਜ਼ਿਆਦਾ ਹੈ? ਕੀ ਪੰਜਾਬ ਦੇ ਵਿੱਚ ਨਸ਼ੇੜੀਆਂ ਦੀ ਸੰਖਿਆ ਵਧ ਰਹੀ ਹੈ? ਕੀ ਪੰਜਾਬ ਦੇ ਵਿੱਚ ਡਰੱਗਸ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਜਾਂ ਫਿਰ ਇਹ ਪਾਕਿਸਤਾਨ ਤੋਂ ਆ ਰਿਹਾ ਹੈ? ਇਸ ਨੂੰ ਲੈ ਕੇ ਵੱਡੀ ਡਿਬੇਟ ਪਿਛਲੇ ਦਿਨਾਂ ਦੇ ਵਿੱਚ ਚੱਲੀ ਹੈ, ਮਗਰ ਇਸ ਡਿਬੇਟ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਹੈ ਉਸ ਦਾ ਕਰਕਸ ਅਜੇ ਤੱਕ ਕੋਈ ਵੀ ਨਹੀਂ ਕੱਢ ਪਾਇਆ ਹੈ। ਇਸ ਵਿਚਕਾਰ ਇਸ ਡਿਬੇਟ ਦੇ ਵਿਚਕਾਰ ਪੰਜਾਬ ਪੁਲਿਸ ਨੇ ਆਪਣੀ ਰਿਕਰੂਟਮੈਂਟ ਸ਼ੁਰੂ ਕੀਤੀ। ਹੁਣ ਇਸ ਰਿਕਰੂਟਮੈਂਟ ਦੇ ਵਿੱਚ ਨਵਾਂ ਇਹ ਸੀ ਕਿ ਡੋਪ ਟੈਸਟ ਪਹਿਲੀ ਵਾਰ ਲਏ ਗਏ। ਡੋਪ ਟੈਸਟ ਲੈ ਜਾਣ ਤੋਂ ਬਾਅਦ ਇਸ ਦਾ ਕਿਊਮੂਲੇਟਿਵ ਰਿਜ਼ਲਟ ਜਿਹੜਾ ਹੈ, ਕਿਊਮੂਲੇਟਿਵ ਰਿਪੋਰਟ ਉਹ ਜਾਰੀ ਕੀਤੀ ਗਈ। ਹੁਣ ਕਿਊਮੂਲੇਟਿਵ ਰਿਜ਼ਲਟ ਦੇ ਵਿੱਚ ਇਹ ਸਾਹਮਣੇ ਆਇਆ ਕਿ ਲਗਭਗ 2% 2.07% ਨੌਜਵਾਨ ਹੀ ਜਿਹੜੇ ਕਿ ਉੱਥੇ ਪਹੁੰਚੇ ਸਨ, ਉਹਨਾਂ ਦੇ ਵਿੱਚੋਂ 2.07% ਹੀ ਡੋਪ ਟੈਸਟ ਦੇ ਵਿੱਚ ਫੇਲ ਪਾਏ ਗਏ। ਹੁਣ ਇਸ ਦੇ ਮਾਇਨੇ ਕੀ ਹਨ? ਕੀ ਪੰਜਾਬ ਦੇ ਵਿੱਚ ਨਸ਼ੇੜੀਆਂ ਦੀ ਗਿਣਤੀ ਹੈ? ਕੀ ਪੰਜਾਬ ਦੇ ਵਿੱਚ ਨਸ਼ੇੜੀ ਘੱਟ ਹਨ? ਕੀ ਪੰਜਾਬ ਦੇ ਵਿੱਚ ਨਸ਼ੇੜੀਆਂ ਦੀ ਸੰਖਿਆ ਵਧੀ ਹੈ? ਜਾਂ ਫਿਰ ਇਹ ਆંકੜੇ ਸਹੀ ਨਹੀਂ ਹਨ, ਜਾਂ ਫਿਰ ਇਹ ਆંકੜੇ ਕੁਝ ਹੋਰ ਬਿਆਨ ਕਰਦੇ ਨੇ? ਇਸ ਦੀ ਕੋਖ ਕਰਦੀ ਪੇਸ਼ ਹੈ ਸਾਡੀ ਇੱਕ ਖਾਸ ਪੇਸ਼ਕਸ਼। ਹੁਣ ਲੇਟੈਸਟ ਕੀ ਹੈ? ਲੇਟੈਸਟ ਇਹ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਕਿਊਮੂਲੇਟਿਵ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਸਬਸਟੈਂਸ ਅਬਿਊਜ਼ ਟੈਸਟ ਲਿਆ ਗਿਆ, ਯਾਨੀ ਕਿ ਡੋਪ ਟੈਸਟ ਕੀਤਾ ਗਿਆ। ਹੁਣ ਡੋਪ ਟੈਸਟ ਦੇ ਆંકੜੇ ਸਾਹਮਣੇ ਆਏ। ਡੋਪ ਟੈਸਟ ਦੇ ਵਿੱਚ ਕਿੰਨੇ ਬੱਚੇ, ਕਿੰਨੇ ਨੌਜਵਾਨ ਫੇਲ ਆਏ ਨੇ, ਉਸ ਦਾ ਆંકੜਾ ਹੈ 2.07। ਹੁਣ ਇਹ ਐਗਜ਼ੈਕਟਲੀ ਕੀ ਕਹਿੰਦੀ ਹੈ, ਇਸ ਦੇ ਵਿੱਚ ਜ਼ਿਆਦਾ ਕੀ ਦੱਸਿਆ ਗਿਆ ਹੈ, ਕੀ ਕੁਝ ਇਸ ਦੇ ਡਾਟਾਜ਼ ਨੇ, ਇਹ ਅਸੀਂ ਤੁਹਾਡੇ ਨਾਲ ਡਿਸਕਸ ਜ਼ਰੂਰ ਕਰਾਂਗੇ। मगर सब तो पहली अपडेट यही है कि इस रिपोर्ट ने जरूर हैरान कर देता है कि जे पंजाब दे विच 70, 60 या 50% नशा है, तां फिर सिर्फ डाटा इन्ना छोटा क्यों हो सकता है? सिर्फ डाटा जेड़ा है इन्ना कट किवें हो सकता है? ये वड्डा सवाल खड़ा हो रहा है। सब तो पहला पेश है साडी ये रिपोर्ट। परसेंट ऑफ पंजाब इज ट्राइड नशा या बिच फंसे हुए हैं। पंजाब के अंदर पूरे के पूरे पंजाब को नशे के अंदर झोंक दिया गया है। कैंडिडेट ਅਸੀਂ 1.5 ਲੱਖ ਕਾਲ ਕੀਤਾ ਸੀ ਉਹਦੇ ਚੋਂ 1,32,337 ਬੱਚੇ ਅਪੀਅਰ ਹੋਏ ਨੇ, ਜਿਹੜਾ ਕਿ ਅਰਾਊਂਡ 83%, 83.90% ਜਿਹੜਾ ਅਟੈਂਡੈਂਸ ਜਿਹੜੀ ਹੈਗੀ ਹੈ ਇਹ ਆ ਰਹੀ ਹੈਗੀ ਹੈ। ਤੋ ਇਹਦੇ ਵਿੱਚੋਂ 97.90% ਜਿਹੜੇ ਹੈਗੇ ਨੇ ਇਹ ਜਿਹੜੇ ਡੋਪ ਟੈਸਟ ਕਲੀਅਰ ਕਰ ਗਏ ਨੇ, ਔਰ ਸਿਰਫ 2.07% ਜਿਹੜੇ ਬੱਚੇ ਹੈਗੇ ਨੇ ਡੋਪ ਟੈਸਟ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ, ਜਿਹੜੇ ਕਿ 0.72% ਉਹ ਹੈਗੇ ਨੇ, ਔਰ ਜਿਹੜੇ ਐਕਚੁਅਲੀ ਤੁਸੀਂ ਕਹਿ ਸਕਦੇ ਹੋ ਜਿਹੜੇ ਡਰੱਗ ਦੇ ਲਈ ਪੋਜ਼ਿਟਿਵ ਆਏ ਨੇ ਉਹ 1.33%। ਚਮਕਾਈ ਹੈ। ਹੁਣ ਕੀ ਕਹਿ ਰਹੀ ਹੈ ਪੰਜਾਬ ਪੁਲਿਸ ਦੀ ਇੱਕ ਕਿਊਮੂਲੇਟਿਵ ਰਿਪੋर्ट? दरअसल ਇਹ ਕਿਊਮੂਲੇਟਿਵ ਰਿਪੋर्ट 7 ਅਗਸਤ 2016 ਤੱਕ ਦੀ ਹੈ। ਇਹ ਡਾਟਾ 7 ਅਗਸਤ 2016 ਤੱਕ ਦਾ ਹੈ, ਯਾਨੀ ਕਿ ਇਸ ਤਾਰੀਖ ਤੱਕ ਜਿੰਨੇ ਵੀ ਕੈਂਡੀਡੇਟਸ ਡੋਪਿੰਗ ਦੇ ਵਿੱਚ ਫੇਲ ਪਾਏ ਗਏ ਜਾਂ ਉਹਨਾਂ ਦੇ ਕੀ ਨਤੀਜੇ ਆਏ ਉਹ ਇਸ ਦੇ ਵਿੱਚ ਦੱਸੇ ਗਏ ਨੇ। ਇਸ ਕਿਊਮੂਲੇਟਿਵ ਰਿਪੋर्ट ਦੇ ਵਿੱਚ ਡੋਪਿੰਗ ਦਾ ਪੂਰਾ ਪਰਸੈਂਟੇਜ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਓਵਰਆਲ ਕੀ ਫਿਗਰ ਸਾਹਮਣੇ ਆਈ ਹੈ ਉਹ ਤੁਹਾਨੂੰ ਵਿਖਾਉਂਦੇ ਹਾਂ। ਜਿਹੜੇ ਕੈਂਡੀਡੇਟ ਟੋਟਲ ਇਸ ਦੇ ਵਿੱਚ ਅਪੀਅਰ ਹੋਏ ਸਨ ਉਹਨਾਂ ਦਾ ਕੀ डाटा है, वो सन 1,32,337 जो कि जेड़े पास होए ने SAT दे विच। SAT यानी कि सबसटेंस अब्यूज टेस्ट, जिसनों की डोप टेस्ट भी किया जा सकता है। SAT दे विच किन्ने कैंडिडेट पास होए ने? इस दी फीसद है 97.90% अते नंबर है 1,29,555। हुण इस दे नाल ही SAT दे विच सबसटेंस अब्यूज टेस्ट दे विच किन्ने नौजवान फेल हुए ने, ये बहुत जरूरी है जानना। इस दी परसेंटेज है 2.07% अते इस दा डाटा है, नंबर है 2,744। ਇਹ ਪੂਰੀ ਰਿਪੋर्ट ਜਿਹੜਾ ਹੈ ਉਹ ਪੰਜਾਬ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈ ਹੈ। ਹੁਣ ਇਸ ਨੂੰ ਰਿਪੋर्ट ਨੂੰ ਗਲਤ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਆંકੜਾ ਸਰਕਾਰੀ ਹੈ। ਹੁਣ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਰਿਪੋर्ट ਬਣਾਈ ਗਈ ਹੈ। कुल 31 ਥਾਵਾਂ ਤੋਂ ਇਹ ਇਨਪੁਟ ਭੇਜੀ ਗਈ ਹੈ। ਸ਼ਾਇਦ ਕੁਝ ਜ਼ਿਆਦਾ ਥਾਵਾਂ ਵੀ ਹੋ ਸਕਦੀਆਂ ਨੇ, ਮਗਰ ਅਸੀਂ ਕੁਝ ਸਿਲੈਕਟਿਵ ਥਾਵਾਂ ਇਸ ਦੇ ਵਿੱਚ ਇਨਕਲੂਡ ਕਰ ਰਹੇ ਹਾਂ। ਸਭ ਤੋਂ ਪਹਿਲਾਂ 5 ਉਹ ਥਾਵਾਂ ਤੁਹਾਨੂੰ ਵਿਖਾਉਂਦੇ ਹਾਂ ਜਿੱਥੇ ਕਿ ਹਾਈਐਸਟ ਰੇਟ ਆਇਆ ਹੈ ਡੋਪਿੰਗ ਨੂੰ ਲੈ ਕੇ। ਸਭ ਤੋਂ ਹਾਈਐਸਟ ਰੇਟ ਜਿੱਥੇ ਪਾਇਆ ਗਿਆ ਹੈ ਇਸ ਰਿਪੋर्ट ਦੇ ਇਸ ਡਾਟਾ ਦੇ ਮੁਤਾਬਿਕ, ਉਹ ਹਾਈਐਸਟ ਰੇਟ ਹੈ ਸਭ ਤੋਂ ਪਹਿਲਾਂ ਬਟਾਲਾ। ਬਟਾਲਾ ਦੇ ਵਿੱਚ 3668 ਕੈਂਡੀਡੇਟ ਅਪੀਅਰ ਹੋਏ।
ਜਿਸ ਦੇ ਵਿੱਚੋਂ 153 ਕੈਂਡੀਡੇਟ ਡੋਪਿੰਗ ਦੇ ਵਿੱਚ ਫੇਲ ਪਾਏ ਗਏ। ਡਾਟਾ ਹੈ, ਇਹ ਪਰਸੈਂਟੇਜ ਹੈ 4.44%। ਮਾਨਸਾ ਦੇ ਵਿੱਚ 3761 ਕੈਂਡੀਡੇਟ ਅਪੀਅਰ ਹੋਏ, 120 ਕੈਂਡੀਡੇਟ ਡੋਪਿੰਗ ਦੇ ਵਿੱਚ ਫੇਲ ਪਾਏ ਗਏ। 3.19% ਡਾਟਾ ਹੈ ਡੋਪਿੰਗ ਦੇ ਵਿੱਚ ਫੇਲ ਹੋਏ ਕੈਂਡੀਡੇਟਸ ਦਾ। ਬਰਨਾਲਾ ਦੇ ਵਿੱਚ 3699 ਕੈਂਡੀਡੇਟ ਉੱਥੇ ਅਪੀਅਰ ਹੋਏ ਤੇ ਇਸ ਦੇ ਨਾਲ ਹੀ 115 ਕੈਂਡੀਡੇਟਸ ਡੋਪਿੰਗ ਦੇ ਵਿੱਚ ਫੇਲ ਹੋਏ, ਜੋ ਡਾਟਾ ਹੈ ਪਰਸੈਂਟੇਜ ਦੇ ਹਿਸਾਬ ਦੇ ਨਾਲ, ਫੀਸਦ ਦੇ ਹਿਸਾਬ ਦੇ ਨਾਲ 3.11%। ਫਾਜ਼ਿਲਕਾ ਦੇ ਵਿੱਚ 3710 ਕੈਂਡੀਡੇਟ ਅਪੀਅਰ ਹੋਏ, ਜਿਸ ਦੇ ਵਿੱਚੋਂ 109 ਕੈਂਡੀਡੇਟ ਡੋਪਿੰਗ ਦੇ ਵਿੱਚ ਫੇਲ ਹੋ ਗਏ, ਜੋ ਡਾਟਾ ਹੈ 2.94%। ਇਸ ਦੇ ਨਾਲ ਹੀ ਸੰਗਰੂਰ ਸਭ ਤੋਂ ਅਖੀਰਲਾ ਹੈ, ਹਾਈਐਸਟ ਦੇ ਵਿੱਚ ਸਭ ਤੋਂ ਅਖੀਰਲਾ ਅਸੀਂ ਰੱਖਿਆ ਹੈ ਸੰਗਰੂਰ। 3667 ਕੈਂਡੀਡੇਟ ਇਸ ਦੇ ਵਿੱਚ ਅਪੀਅਰ ਹੋਏ, ਸੰਗਰੂਰ ਦੇ ਵਿੱਚ ਅਪੀਅਰ ਹੋਏ ਤੇ ਉਹਨਾਂ ਦੇ ਵਿੱਚੋਂ 106 ਕੈਂਡੀਡੇਟ ਡੋਪਿੰਗ ਦੇ ਵਿੱਚ ਫੇਲ ਹੋ ਗਏ, SAT ਦੇ ਵਿੱਚ ਫੇਲ ਹੋ ਗਏ। ਇਹ ਡਾਟਾ ਹੈ, ਇਹ ਪਰਸੈਂਟੇਜ ਹੈ 2.89%। ਹੁਣ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਲੋਐਸਟ ਡਾਟਾ ਦੀ। ਸਭ ਤੋਂ ਲੋਐਸਟ ਕਿਹੜੀਆਂ ਥਾਵਾਂ ਤੇ ਵੇਖਿਆ ਗਿਆ ਡੋਪ ਟੈਸਟ ਦੇ ਵਿੱਚ ਫੇਲ ਹੋਣ ਦਾ ਅੰਕੜਾ। 5 ਥਾਵਾਂ ਇਸ ਦੇ ਵਿੱਚ ਅਸੀਂ ਇਨਕਲੂਡ ਕਰ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੁਸ਼ਿਆਰਪੁਰ ਦੀ। ਹੁਸ਼ਿਆਰਪੁਰ ਦੇ ਵਿੱਚ 3625 ਕੈਂਡੀਡੇਟ ਅਪੀਅਰ ਹੋਏ। 3625 ਕੈਂਡੀਡੇਟ ਦੇ ਵਿੱਚੋਂ SAT ਦੇ ਵਿੱਚ 23 ਕੈਂਡੀਡੇਟ ਫੇਲ ਹੋ ਗਏ। 0.63% ਜਿਹੜੇ ਇਸ ਦਾ ਪਰਸੈਂਟੇਜ ਬਣਦਾ ਹੈ ਡੋਪ ਟੈਸਟ ਦੇ ਵਿੱਚ ਫੇਲ ਹੋਣ ਵਾਲੇ ਨੌਜਵਾਨਾਂ ਦਾ। ਗੁਰਦਾਸਪੁਰ ਦੇ ਵਿੱਚ ਕੀ ਹੋਇਆ? ਗੁਰਦਾਸਪੁਰ ਦੇ ਵਿੱਚ 3059 ਕੈਂਡੀਡੇਟਸ ਅਪੀਅਰ ਹੋਏ। ਇਸ ਦੇ ਨਾਲ ਹੀ SAT ਦੇ ਵਿੱਚ ਫੇਲ ਹੋਏ 25 ਕੈਂਡੀਡੇਟਸ ਤੇ 0.82% ਦਾ ਇਹ ਅੰਕੜਾ ਹੈ। ਨਵਾਂ ਸ਼ਹਿਰ ਦੇ ਵਿੱਚ 3453 ਕੈਂਡੀਡੇਟ ਅਪੀਅਰ ਹੋਏ, 27 ਕੈਂਡੀਡੇਟ ਡੋਪ ਟੈਸਟ ਦੇ ਵਿੱਚ ਫੇਲ ਹੋ ਗਏ ਤੇ 0.78% ਦਾ ਇਹ ਡਾਟਾ ਹੈ। ਮੋਹਾਲੀ ਦੇ ਵਿੱਚ 3600 ਕੈਂਡੀਡੇਟ ਅਪੀਅਰ ਹੋਏ, 3600 ਦੇ ਵਿੱਚੋਂ 41 ਕੈਂਡੀਡੇਟ ਸਬਸਟੈਂਸ ਅਬਿਊਜ਼ ਟੈਸਟ ਦੇ ਵਿੱਚ ਫੇਲ ਹੋ ਗਏ। ਇਹ ਪਰਸੈਂਟੇਜ ਹੈ 1.04%। ਤਰਨਤਾਰਨ ਦੇ ਵਿੱਚ 3747 ਕੈਂਡੀਡੇਟ ਅਪੀਅਰ ਹੋਏ ਤੇ ਇਸ ਦੇ ਨਾਲ ਹੀ 56 ਕੈਂਡੀਡੇਟ ਇਸ ਟੈਸਟ ਦੇ ਵਿੱਚ ਡੋਪ ਟੈਸਟ ਦੇ ਵਿੱਚ ਫੇਲ ਹੋ ਗਏ ਤੇ ਇਹ ਪਰਸੈਂਟੇਜ ਜਿਹੜੀ ਹੈ ਇਹ ਪਰਸੈਂਟੇਜ ਜਾਂਦੀ ਹੈ 1.49% ਤੱਕ। ਹੁਣ 4 ਥਾਵਾਂ ਅਜਿਹੀਆਂ ਵੀ ਹਨ ਜਿੱਥੇ ਕਿ ਡੋਪਿੰਗ ਦੇ ਵਿੱਚ ਫੇਲ ਹੋਣ ਵਾਲੇ ਕੈਂਡੀਡੇਟਸ ਦੀ ਸੰਖਿਆ ਅਤੇ ਪਰਸੈਂਟੇਜ 0 ਸੀ, ਬਿਲਕੁਲ 0% ਆਈ ਹੈ। ਉਹ ਵੀ ਇੱਕ ਵੱਡੀ ਚੀਜ਼ ਹੈ। ਬਠਿੰਡਾ ਜ਼ੋਨ ਦੇ ਵਿੱਚ ਜੋ ਰਿਕਰੂਟਮੈਂਟ ਡਰਾਈਵ ਚੱਲੀ ਉੱਥੇ ਅਪੀਅਰ ਹੋਣ ਵਾਲੇ ਕੈਂਡੀਡੇਟ ਸਨ 3745 ਅਤੇ 3745 ਦੇ ਵਿੱਚੋਂ ਕੋਈ ਵੀ ਕੈਂਡੀਡੇਟ ਡੋਪ ਦੇ ਵਿੱਚ ਫੇਲ ਨਹੀਂ ਹੋਇਆ। ਦੂਜੀ ਥਾਂ ਹੈ ਜਲੰਧਰ ਜ਼ੋਨ। ਜਲੰਧਰ ਜ਼ੋਨ ਦੇ ਵਿੱਚ 3441 ਕੈਂਡੀਡੇਟਸ ਅਪੀਅਰ ਹੋਏ। ਅਪੀਅਰ ਹੋਣ ਵਾਲੇ ਕੈਂਡੀਡੇਟਸ ਦਾ ਸਾਰਿਆਂ ਦਾ ਡੋਪ ਟੈਸਟ ਲਿਆ ਗਿਆ ਤੇ ਕੋਈ ਵੀ ਕੈਂਡੀਡੇਟ ਇਸ ਡੋਪ ਟੈਸਟ ਦੇ ਵਿੱਚ ਫੇਲ ਨਹੀਂ ਹੋਇਆ। ਪਟਿਆਲਾ ਜ਼ੋਨ ਦੇ ਵਿੱਚ 3545 ਕੈਂਡੀਡੇਟ ਅਪੀਅਰ ਹੋਏ, ਜਿਸ ਦੇ ਵਿੱਚੋਂ 0 ਕੈਂਡੀਡੇਟ ਡੋਪ ਟੈਸਟ ਦੇ ਵਿੱਚ ਫੇਲ ਹੋਏ। ਅਤੇ ਅੰਮ੍ਰਿਤਸਰ ਆਖਰੀ ਹੈ ਅੰਮ੍ਰਿਤਸਰ 3081 ਕੈਂਡੀਡੇਟ ਅਪੀਅਰ ਹੋਏ ਤੇ ਫੇਲ ਹੋਣ ਵਾਲੇ ਡੋਪ ਟੈਸਟ ਦੇ ਵਿੱਚ ਫੇਲ ਹੋਣ ਵਾਲੇ ਕੈਂਡੀਡੇਟ ਸਨ 0 ਸੀ ਉਹਨਾਂ ਦਾ ਅੰਕੜਾ। ਕੀ ਪੰਜਾਬ ਸੱਚਮੁੱਚ ਨਸ਼ੇ ਦੇ ਵਿੱਚ ਉੱਡ ਰਿਹਾ ਹੈ ਜਾਂ ਨਹੀਂ ਉੱਡ ਰਿਹਾ ਹੈ? ਸਾਡੀ ਇਹ ਖਾਸ ਪੇਸ਼ਕਸ਼ ਲਗਾਤਾਰ ਜਾਰੀ ਹੈ। ਬ੍ਰੇਕ ਲਈ ਰੁਕ ਰਹੇ ਹਾਂ। ਹੁਣ ਆਖਿਰ ਡੋਪ ਟੈਸਟ ਦੀ ਨੌਬਤ ਕਿਉਂ ਆਈ? ਪੰਜਾਬ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਨਸ਼ੇ ਦੀ ਜੋ ਡਿਬੇਟ ਚੱਲੀ ਉਸ ਤੋਂ ਬਾਅਦ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਰਿਕਰੂਟਮੈਂਟ ਦੇ ਟਾਈਮ, ਪੁਲਿਸ ਦੇ ਵਿੱਚ ਰਿਕਰੂਟਮੈਂਟ ਦੇ ਟਾਈਮ ਡੋਪ ਟੈਸਟ ਲਿਆ ਜਾਵੇਗਾ। ਇਸੇ ਲੜੀ ਦੇ ਵਿੱਚ ਜਦੋਂ ਰਿਕਰੂਟਮੈਂਟਸ ਪੰਜਾਬ ਪੁਲਿਸ ਦੀ ਰਿਕਰੂਟਮੈਂਟ ਦੀ ਇਹ ਨੋਟੀਫਿਕੇਸ਼ਨ ਨਿਕਲੀ, ਇਸ ਦੇ ਵਿੱਚ ਵੈਕੈਂਸੀਜ਼ ਕੱਢੀਆਂ ਗਈਆਂ 7645 ਵੈਕੈਂਸੀਜ਼ ਕੱਢੀਆਂ ਗਈਆਂ ਮੇਲ ਤੇ ਫੀਮੇਲ ਕਾਂਸਟੇਬਲ ਦੀਆਂ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਅਪਲਾਈ ਕੀਤਾ, ਪਰ ਇਸ ਦੇ ਵਿੱਚ ਜਿਹੜੇ ਮੇਲ ਕੈਂਡੀਡੇਟ ਸਨ ਸਾਰਿਆਂ ਦਾ ਡੋਪ ਟੈਸਟ ਸ਼ੁਰੂ ਕੀਤਾ ਗਿਆ। ਪੰਜਾਬ ਦੇ ਵਿੱਚ ਨਸ਼ੇ ਦੀ ਦੁਹਾਈ ਪਿਛਲੇ ਲੰਬੇ ਸਮੇਂ ਤੋਂ ਵਿਰੋਧੀ ਧਿਰਾਂ ਵੱਲੋਂ ਦਿੱਤੀ ਜਾ ਰਹੀ ਹੈ, ਜਿਸ ਤੇ ਕਰੜਾ ਇਤਰਾਜ਼ ਸੂਬਾ ਸਰਕਾਰ ਨੇ ਜਤਾਉਂਦਿਆਂ ਤੱਥਾਂ ਦੇ ਆਧਾਰ ਤੇ ਕਈ ਰਿਪੋਰਟਸ ਵੀ ਪੇਸ਼ ਕੀਤੀਆਂ ਨੇ। ਹੁਣ ਤਾਂ ਸੂਬਾ ਸਰਕਾਰ ਦੇ ਇਹਨਾਂ ਤੱਥਾਂ ਨੂੰ ਸੂਬੇ ਦੇ ਕਈ ਮਹਿਕਮੇ ਵੀ ਮੋਹਰ ਲਗਾਉਂਦੇ ਨੇ। ਜੀ ਹਾਂ, ਪੰਜਾਬ ਦੇ ਵਿੱਚ ਐਨੇ ਦਿਨੀ ਪੁਲਿਸ ਤੇ ਫੌਜ ਦੀ ਭਰਤੀ ਚੱਲ ਰਹੀ ਹੈ ਤੇ ਦੋਹਾਂ ਹੀ ਭਰਤੀਆਂ ਦੇ ਵਿੱਚ ਪਹੁੰਚ ਰਹੇ ਨੌਜਵਾਨਾਂ ਦਾ ਡੋਪ ਟੈਸਟ ਨੈਗੇਟਿਵ ਆ ਰਿਹਾ ਹੈ। ਫੌਜ ਵਿੱਚ ਤਾਂ ਪਿਛਲੇ ਸਾਲ ਵੀ ਅਧਿਕਾਰੀਆਂ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਭਰਤੀ ਵਿੱਚ ਨੌਜਵਾਨਾਂ ਦਾ ਡੋਪ ਟੈਸਟ ਨੈਗੇਟਿਵ ਰਿਹਾ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਨਸ਼ੇ ਦੀ ਪੈਦਾਵਾਰ ਨਹੀਂ ਕਰਦਾ।
ਪੰਜਾਬ ਨਾਲ ਇੰਟਰਨੈਸ਼ਨਲ ਬਾਰਡਰ ਹੋਣ ਕਰਕੇ ਸਰਹੱਦ ਪਾਰ ਤੋਂ ਨਸ਼ਾ ਇੱਥੇ ਪਹੁੰਚਾਇਆ ਜਾਂਦਾ ਹੈ, ਜੋ ਫਿਰ ਹੋਰਨੇ ਸੂਬਿਆਂ ਦੇ ਵਿੱਚ ਜਾਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਤੇ ਤੈਨਾਤ BSF ਵੱਲੋਂ ਆਏ ਦਿਨ ਨਸ਼ੇ ਦੀ ਵੱਡੀ ਖੇਪਾਂ ਬਰਾਮਦ ਹੁੰਦੀਆਂ ਰਹਿੰਦੀਆਂ ਨੇ। ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਬਾਰਡਰ ਮੁੱਖ ਰੂਪ ਦੇ ਵਿੱਚ ਉਹ ਇਲਾਕੇ ਹਨ ਜਿੱਥੇ ਆਏ ਦਿਨੀ BSF ਵੱਲੋਂ ਵੱਡੇ ਪੱਧਰ ਤੇ ਨਸ਼ਿਆਂ ਦੀ ਬਰਾਮਦਗੀ ਹੁੰਦੀ ਆ ਰਹੀ ਹੈ। ਪਿਛਲੇ ਦਿਨੀ ਅੰਮ੍ਰਿਤਸਰ ਦੇ ਪੱਟੀ ਕੋਲ ਭਿੱਖੀਵਿੰਡ ਦੀ 138 ਬਟਾਲੀਅਨ ਵੱਲੋਂ ਵੀ VOP ਨਾਰਲੀ ਵਿੱਚ ਤੜਕਸਾਰ ਕਾਰਵਾਈ ਕਰਦਿਆਂ ਹੋਇਆਂ ਪਾਕਿਸਤਾਨ ਦੇ ਸਮਗਲਰਾਂ ਵੱਲੋਂ ਭਾਰਤੀ ਖੇਤਰ ਵਿੱਚ ਭੇਜੀ ਜਾ ਰਹੀ 21 ਪੈਕੇਟ ਹੈਰੋਇਨ, ਜੋ ਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ 1 ਅਰਬ 5 ਕਰੋੜ ਦੀ ਬਣਦੀ ਹੈ, ਉਸ ਨੂੰ ਬਰਾਮਦ ਕੀਤਾ ਗਿਆ, ਜਦਕਿ ਪਾਕ ਤਸਕਰ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦਿਆਂ ਹੋਇਆਂ ਭੱਜਣ ਦੇ ਵਿੱਚ ਕਾਮਯਾਬ ਰਹੇ। ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲ ਪੰਜਾਬ ਦੇ ਨਾਲ ਲੱਗਦੇ ਬਾਰਡਰ ਤੇ ਹੋਰ ਸਖਤਾਈ ਕੀਤੇ ਜਾਣ ਦਾ ਮੁੱਦਾ ਕਈ ਵਾਰ ਚੁੱਕਿਆ ਜਾ ਚੁੱਕਿਆ ਹੈ ਤੇ ਵੀ ਕਿਹਾ ਗਿਆ ਹੈ ਕਿ BSF ਕੰਡਿਆਲੀ ਤਾਰ ਦੇ ਨਾਲ ਸਟੈਪ ਬਾਈ ਸਟੈਪ ਹੋਰ ਅਜਿਹੇ ਪੜਾਅ ਬਣਾਏ ਕਿ ਜਿਸ ਨਾਲ ਪਾਕਿਸਤਾਨ ਵੱਲੋਂ ਨਸ਼ੇ ਦੀ ਕਿਸੇ ਵੀ ਕਿਸਮ ਦੀ ਕੋਈ ਵੀ ਖੇਪ ਭਾਰਤ ਵਿੱਚ ਦਾਖਲ ਨਾ ਕਰ ਸਕੇ। ਹੁਣ ਜਿਵੇਂ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਸਮਾਂ ਵੀ ਨੇੜੇ ਆ ਰਿਹਾ ਹੈ ਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਗੱਲ ਵੱਲ ਹੋਰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਸਾਲ 2015 ਦੇ ਅਗਸਤ ਮਹੀਨੇ ਦੇ ਵਿੱਚ ਪਟਿਆਲਾ ਤੇ ਬਠਿੰਡਾ ਦੇ ਵਿੱਚ ਰਿਕਰੂਟਮੈਂਟ ਡਰਾਈਵ ਆਰਮੀ ਦੇ ਵੱਲੋਂ ਚਲਾਈ ਗਈ, ਜਿਸ ਦੇ ਵਿੱਚ ਕੀ ਇੱਕ ਵੀ ਕੈਂਡੀਡੇਟ ਡੋਪ ਟੈਸਟ ਦੇ ਵਿੱਚ ਫੇਲ ਨਹੀਂ ਹੋਇਆ। 2016 ਦੇ ਵਿੱਚ ਵੀ ਡੋਪ ਟੈਸਟ ਲੈਣ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤੇ ਪਟਿਆਲਾ ਦੇ ਵਿੱਚ ਆਰਮੀ ਦੀ ਰਿਕਰੂਟਮੈਂਟ ਡਰਾਈਵ ਚੱਲੀ। ਆਰਮੀ ਦੇ ਸੀਨੀਅਰ ਅਧਿਕਾਰੀ ਨੇ ਬਿਆਨ ਦਿੱਤਾ ਕਿ ਜਿਸ ਤਰ੍ਹਾਂ ਸੂਬੇ ਦੇ ਵਿੱਚ ਇਹ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੁਝ ਲੋਕ ਕਰ ਰਹੇ ਨੇ ਕਿ ਨਸ਼ਾ ਬਹੁਤ ਵੱਡੇ ਪੱਧਰ ਤੇ ਹੈ, ਉਸ ਲੈਵਲ ਤੇ ਨਸ਼ਾ ਨਹੀਂ ਹੈ। ਪੰਜਾਬ ਪੁਲਿਸ ਦੇ ਵਿੱਚ ਭਰਤੀ ਵੇਲੇ ਡੋਪ ਟੈਸਟ, ਹੁਣ ਫੌਜ ਦੇ ਵਿੱਚ ਭਰਤੀ ਵੇਲੇ ਡੋਪ ਟੈਸਟ। ਪਹਿਲਾਂ ਪੁਲਿਸ ਨੇ ਨਕਾਰਿਆ, ਹੁਣ ਫੌਜ ਨੇ ਕਿਹਾ ਝੂਠਾ ਹੈ ਪ੍ਰਚਾਰ। ਨਸ਼ੇੜੀ ਨਹੀਂ ਪੰਜਾਬ ਦੇ ਨੌਜਵਾਨ। ਪੰਜਾਬ ਦੇ 5 ਜ਼ਿਲ੍ਹਿਆਂ ਦੇ ਨੌਜਵਾਨ ਪਟਿਆਲਾ ਦੇ ਵਿੱਚ ਫੌਜ ਦੀ ਭਰਤੀ ਦੇ ਵਿੱਚ ਜ਼ੋਰ ਅਜਮਾਇਸ਼ ਕਰਨ ਦੇ ਵਿੱਚ ਲੱਗੇ ਨੇ। ਇਸ ਦੌਰਾਨ ਵੱਡਾ ਸਵਾਲ ਇਹੀ ਉੱਠਿਆ ਕਿ ਕੀ ਪੰਜਾਬ ਦੀ ਜਵਾਨੀ ਤੇ ਲੱਗੇ ਨਸ਼ੇ ਦੇ ਕਲੰਕ ਨੂੰ ਇਹ ਨੌਜਵਾਨ ਕਿਵੇਂ ਧੋਣਗੇ। ਇਹ ਸਵਾਲ ਅਸੀਂ ਫੌਜ ਦੇ ਪੰਜਾਬ ਅਤੇ ਜੰਮੂ ਕਸ਼ਮੀਰ ਇਲਾਕੇ ਦੇ ਡਿਪਟੀ ਡਾਇਰੈਕਟਰ ਭਰਤੀ JS ਸਮਿਆਲ ਅੱਗੇ ਵੀ ਰੱਖਿਆ। ਖੁਦ ਸਮਿਆਲ ਨੇ ਇਹ ਕਿਹਾ ਕਿ ਪੰਜਾਬ ਬਾਰੇ ਜਿੰਨਾ ਪ੍ਰਚਾਰ ਕੀਤਾ ਜਾ ਰਿਹਾ ਉਨੀ ਵੱਡੀ ਸਮੱਸਿਆ ਨਹੀਂ ਹੈ ਨਸ਼ਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਭਰਤੀ ਵੇਲੇ ਡੋਪ ਟੈਸਟ ਦੌਰਾਨ ਪਹਿਲਾਂ ਨਾਲੋਂ ਵੱਧ ਸਖਤੀ ਵਰਤੀ ਜਾ ਰਹੀ ਹੈ। ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਦੇ 33,911 ਉਮੀਦਵਾਰਾਂ ਨੇ ਫੌਜ ਦੇ ਵਿੱਚ ਭਰਤੀ ਲਈ ਆਨਲਾਈਨ ਦਰਖਾਸਤਾਂ ਦਿੱਤੀਆਂ ਨੇ। ਇਹ ਭਰਤੀ 13 ਅਗਸਤ ਤੱਕ ਚੱਲੇਗੀ ਅਤੇ ਸਰੀਰਕ ਫਿਟਨੈਸ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਲਿਖਤ ਪ੍ਰੀਖਿਆ 28 अगस्त ਨੂੰ ਹੋਵੇਗੀ। ट्रांसपेरेंट है और इतना फेयर है कि सबके सामने इससे ज़्यादा फेयर प्रोसेस नहीं हो सकता जो हमारा रिक्रूटमेंट ड्राइव चल रहा है। हमारा तो तजुर्बा रहा है, हमारे जो रिक्रूटमेंट टेस्ट में आए हैं उसमें डोप टेस्ट में बहुत ही कम फेल हुए हैं। ਪੰਜਾਬ ਪੁਲਿਸ ਦੀ ਭਰਤੀ ਜੋ ਚੱਲ ਰਹੀ ਹੈ ਉਹਦੇ ਵਿੱਚ ਡੋਪ ਟੈਸਟ ਕੀਤਾ ਜਾ ਰਿਹਾ ਹੈ। ਇਹ ਜਿਹੜਾ ਡੋਪ ਟੈਸਟ ਹੈਗਾ ਬਾਬਾ ਫਰੀਦਕੋਟ ਯੂਨੀਵਰਸਿਟੀ ਜਿਹੜੀ ਫਰੀਦਕੋਟ ਹੈ ਉਹਨਾਂ ਉਹਦੀ ਅਗਵਾਈ ਹੇਠ ਕੀਤਾ ਜਾ ਰਿਹਾ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਡਾਕਟਰ ਅਰਵਿੰਦ ਸ਼ਰਮਾ ਜੀ, ਜਿਹੜੇ ਕਿ ਇਸ ਪੂਰੇ ਡੋਪ ਟੈਸਟ ਜਿਹੜੇ ਹੋ ਰਹੇ ਹਨ ਟੀਮ ਦੇ ਅਗਵਾਈ ਕਰ ਰਹੇ ਨੇ। ਡਾਕਟਰ ਸਾਹਿਬ, ਆਪਾਂ ਜਾਣਨਾ ਚਾਹਾਂਗੇ ਹੁਣ ਤੱਕ ਜਿਹੜਾ ਪੰਜਾਬ ਪੁਲਿਸ ਦੀ ਭਰਤੀ ਕੀਤੀ ਜਾ ਰਹੀ ਹੈ, ਕਿੰਨੇ ਨੌਜਵਾਨਾਂ ਦਾ ਜਿਹੜੇ ਆ ਚੁੱਕੇ ਤੇ ਉਹਨਾਂ ਦਾ ਡੋਪ ਟੈਸਟ ਕਰ ਚੁੱਕੇ ਹੋ ਤੁਸੀਂ? ਜਿਹੜੀ ਭਰਤੀ ਹੈ ਜੀ ਇਹ 27 ਰਿਕਰੂਟਮੈਂਟ ਜ਼ੋਨਲ ਨੋਡਲ ਸੈਂਟਰ 'ਤੇ ਚੱਲ ਰਹੀ ਹੈ, ਜਿਹਦੇ ਵਿੱਚ ਹੁਣ ਤੱਕ 1,57,726 ਕੈਂਡੀਡੇਟਸ ਨੂੰ 7 ਤਾਰੀਖ ਤੱਕ 7 ਅਗਸਤ 2016 ਤੱਕ ਕਾਰਡ ਇਸ਼ੂ ਕੀਤੇ ਗਏ ਸੀਗੇ। ਉਹਦੇ ਵਿੱਚੋਂ 1,32,337 ਅਪੀਅਰ ਹੋਏ ਹਨ। ਉਹਨਾਂ ਦੇ ਵਿੱਚੋਂ ਜਿਹੜੇ ਕੈਂਡੀਡੇਟ ਡੋਪ ਟੈਸਟ ਦੇ ਵਿੱਚੋਂ ਫੇਲ ਹੋਏ ਆ ਉਹਨਾਂ ਦੀ ਸੰਖਿਆ 2,744 ਹੈ, ਜਿਹੜੀ ਕਿ ਅਰਾਊਂਡ 2.07% ਬਣਦੀ ਹੈ। ਇਹਦੇ ਵਿੱਚੋਂ ਦੋ ਤਰ੍ਹਾਂ ਦੇ ਡਰੱਗਸ ਦੀ ਅਸੀਂ ਕੈਟਾਗਰੀ ਕੀਤੀ ਹੈ। ਇੱਕ ਹੈਗੇ ਜਿਵੇਂ ਪਰਫਾਰਮੈਂਸ ਐਨਹਾਂਸਿੰਗ ਡਰੱਗ, ਉਹਨਾਂ ਦੀ ਕੈਟਾਗਰੀ ਹੈਗੀ 0.72, 1% ਤੋਂ ਵੀ ਘੱਟ। ਬਾਕੀ ਜਿਹੜੇ ਡਰੱਗਸ ਨੇ ਜਿਹਦੇ ਵਿੱਚ ਬੈਂਜੋਡਾਇਜ਼ੇਪਿਨ, ਪ੍ਰੋਪੋਕਸੀਫੇਨ, ਮੈਰੀਜੁਆਨਾ, ਜਿਹਨੂੰ ਕੈਨਾਬਿਸ, ਮੋਰਫਿਨ ਜਾਂ ਮਲਟੀਪਲ ਨਸ਼ੇ ਜਿਹੜੇ ਲੈਂਦੇ ਆ ਉਹਨਾਂ ਦੀ ਕੈਟਾਗਰੀ ਹੈ 1.33%। ਕਹਿ ਸਕਦੇ ਕਿ ਜਿਹੜਾ ਹੁਣ 1.5 ਲੱਖ ਦੇ ਕਰੀਬ ਜਿਹੜੇ ਨੌਜਵਾਨ ਆਏ ਸੀ ਅਪੀਅਰ ਹੋਏ ਆ ਉਹਨਾਂ ਦੀ ਜਿਹੜੀ ਡੋਪ ਟੈਸਟ ਹੋਇਆ ਤੇ 1.33 ਜਿਹੜਾ ਹੈਗਾ ਪਰਸੈਂਟੇਜ ਆਈ ਹੈ। ਇਹਨੂੰ ਇਸ ਤਰ੍ਹਾਂ ਦੇਖਿਆ ਜਾ ਸਕਦਾ ਜੀ ਕਿ ਇਹਦੇ ਵਿੱਚ ਕੁਝ ਦਵਾਈਆਂ ਇਹੋ ਜਿਹੀਆਂ ਜਿਹੜੀਆਂ ਦੀ ਓਵਰ ਦਾ ਕਾਊਂਟਰ ਮਿਲਦੀਆਂ, ਜਿਵੇਂ ਘਬਰਾਹਟ ਦੇ ਲਈ, ਨੀਂਦ ਦੇ ਲਈ, ਟੈਨਸ਼ਨ ਦੇ ਲਈ ਕਈ ਯੂਥ ਖਾਂਦੇ ਆ, ਜਾਂ ਜਿਹੜੇ ਸੋਚਦੇ ਆ ਵੀ ਸਾਡੀ ਅੱਜ ਘਬਰਾਹਟ ਉੱਥੇ ਸਾਡੀ ਪਲਸ ਵਗੈਰਾ ਨਾਲ ਜ਼ਿਆਦਾ ਟੈਸਟ ਹੋ ਜਾਏ, ਉਹਦੇ ਲਈ ਕਈ ਵਾਰ ਘਬਰਾਹਟ ਲਈ ਮੈਡੀਸਨ ਲੈ ਕੇ ਆ ਜਾਂਦੇ। ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਡਰੱਗਸ ਆ ਜਿਵੇਂ ਬੈਂਜੋਡਾਇਜ਼ੇਪਿਨ ਦਾ ਗਰੁੱਪ ਹੈ, ਉਹ ਵੀ ਪੋਜ਼ਿਟਿਵ ਆ ਸਕਦਾ ਹੈ। ਉਹਦੀ ਸੰਖਿਆ 568 ਹੈ
ਟੋਟਲ 2744 ਵਿੱਚੋਂ ਤੇ ਕੈਨੇਬਿਸ ਦੀ ਸੰਖਿਆ ਸਾਡੇ ਕੋਲ ਹੈਗੀ 614 ਤੇ ਜਿਹੜੀ ਅਫੀਮ ਦਾ ਗਰੁੱਪ ਜਿਹੜਾ ਓਪੀਐਮ ਦਾ ਗਰੁੱਪ ਅਸੀਂ ਕਾਊਂਟ ਕਰਦੇ ਹਾਂ ਉਹ ਹੈਗਾ 436। ਸੋ ਜੇ ਆਪਾਂ ਇਹਨਾਂ ਡਿਫਰੈਂਟ ਕੈਟਾਗਰੀ ਨੂੰ ਦੇਖੀਏ ਤਾਂ ਸਭ ਤੋਂ ਜ਼ਿਆਦਾ ਸਾਡੇ ਕੋਲ ਪਰਸੈਂਟ ਜਿਹੜੀ ਹੈ ਕੈਨੇਬਿਸ ਦੀ ਆ ਰਹੀ ਹੈ। ਜਿਹੜਾ ਓਪੀਐਮ ਦਾ ਗਰੁੱਪ ਹੈ ਉਹਦੀ ਪਰਸੈਂਟੇਜ ਸਾਡੇ ਕੋਲ 436 ਦੀ ਟੋਟਲ ਬਣਦੀ ਹੈ 2744 ਦੇ ਵਿੱਚੋਂ। ਸੋ ਸਿਗਨੀਫੀਕੈਂਟ ਫਿਗਰ ਜਿਹੜੀ ਹੈ ਸਿਰਫ ਸਾਨੂੰ ਕੈਨੇਬਿਸ ਦੇ ਵਿੱਚ ਜ਼ਿਆਦਾ ਮਿਲ ਰਹੀ ਹੈ, ਬਾਕੀਆਂ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਮਿਲ ਰਹੀ ਹੈ। ਤੇ ਜਿਹੜੇ ਹੁਣ ਡੋਪ ਟੈਸਟ ਕੀਤੇ ਕਿਸ ਤਰੀਕੇ ਨਾਲ ਜਿਹੜੇ 27 ਸੈਂਟਰ ਤੁਸੀਂ ਦੱਸਿਆ ਹੈਗਾ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਕਰਦੇ ਹੋ ਜਿਹੜਾ ਕੈਂਡੀਡੇਟ ਆਉਂਦਾ ਹੈਗਾ ਉਹਦੇ ਬਾਰੇ? ਇਹ 27 ਸੈਂਟਰ ਦੇ ਵਿੱਚ ਨਾ ਜੀ ਅਸੀਂ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਜਿਹੜਾ ਸੈਕਟਰੀ ਡਿਪਾਰਟਮੈਂਟ ਹੈ ਉਹਨਾਂ ਦੇ ਡਾਕਟਰਾਂ ਦੀ ਡਿਊਟੀ ਅਸੀਂ ਸੁਪਰਵਿਜ਼ਨ ਤੇ ਲਗਾਈ ਹੋਈ ਹੈ। ਪਲੱਸ ਸਾਡੇ ਕੋਲ ਮੈਡੀਕਲ ਅਫਸਰ ਜਿਹੜੇ ਪੰਜਾਬ ਹੈਲਥ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਹਨ ਉਹ ਵੀ ਸਾਡੇ ਕੋਲ ਉੱਥੇ ਡਿਪਿਊਟ ਕੀਤੇ ਹੋਏ ਹਨ ਟੈਸਟਿੰਗ ਦੇ ਲਈ। ਇਹਨਾਂ ਸੈਂਟਰ ਦੇ ਵਿੱਚ 2 ਸ਼ਿਫਟਾਂ 'ਚ ਚੱਲਦਾ ਹੈ ਜੀ, ਇੱਕ ਸਵੇਰੇ 5:30 ਵਜੇ ਸਟਾਰਟ ਹੁੰਦਾ, ਇੱਕ ਦੁਪਹਿਰ ਦੇ ਟਾਈਮ ਸਟਾਰਟ ਹੁੰਦਾ। ਜਿੰਨੇ ਵੀ ਕੈਂਡੀਡੇਟ ਅਪੀਅਰ ਹੁੰਦੇ ਆ ਜੀ ਇਹ 5 ਤਰ੍ਹਾਂ ਦੇ ਜਿਹੜੇ ਅਸੀਂ ਕਰਨੇ ਆ ਟੈਸਟ ਦੇ ਵਿੱਚ 6 ਤਰ੍ਹਾਂ ਦੀ ਕਿਟਸ ਹੈ। ਇਹਨਾਂ ਕੈਂਡੀਡੇਟਸ ਨੂੰ ਅਸੀਂ ਉਹਦਾ ਯੂਰਿਨ ਸੈਂਪਲ ਉੱਥੇ ਸਾਹਮਣੇ ਹੀ ਇੱਕ ਅਸੀਂ ਮੇਕ ਸ਼ਿਫਟ ਅਰੇਂਜਮੈਂਟ ਕੀਤਾ ਹੋਇਆ ਤਾਂ ਕਿ ਕੋਈ ਸੈਂਪਲ ਵੀ ਆਪਸ ਦੇ ਵਿੱਚ ਬਦਲ ਨਾ ਸਕੇ। ਜਿਵੇਂ ਕੋਈ ਕੱਚੀ ਦੀਵਾਰ ਬਣਾ ਕੇ ਜਾਂ ਟੈਂਟ ਲਵਾ ਕੇ ਉਹਦੇ ਸਾਹਮਣੇ ਸੈਂਪਲ ਲਿਆ ਜਾਂਦਾ, ਕਿਸੇ ਨਾਲ ਸੈਂਪਲ ਆਪਸ ਮਿਕਸ ਵੀ ਨਹੀਂ ਕਰ ਸਕਦੇ, ਉੱਥੇ ਕੋਈ ਇਹੋ ਜਿਹੀ ਫੈਸਿਲਿਟੀ ਵੀ ਨਹੀਂ ਹੈ ਵੀ ਕਿਸੇ ਪਾਣੀ ਦੇ ਨਾਲ ਮਿਕਸ ਕਰ ਦੇਣ। ਜਦੋਂ ਉਹ ਚੀਜ਼ ਹੋ ਜਾਂਦੀ ਹੈ ਫਿਰ ਨਾਲ ਦੀ ਨਾਲ ਉਹ ਯੂਰਿਨ ਦੇ ਵਿੱਚ ਸਾਰੇ ਸਟ੍ਰਿਪਸ ਅਸੀਂ ਉੱਥੇ ਟੈਸਟ ਕਰਦੇ ਹਾਂ। ਬਾਈ ਚਾਂਸ ਕੋਈ ਕੈਂਡੀਡੇਟ ਉਹਦੇ ਵਿੱਚ ਪੋਜ਼ੀਟਿਵ ਆਉਂਦਾ ਕਿਸੇ ਵੀ ਨਸ਼ੇ ਦੇ ਲਈ ਤਾਂ ਅਸੀਂ ਇਮੀਡੀਏਟਲੀ ਉਹੀ ਵਾਲਾ ਨਸ਼ਾ ਨਵੀਂ ਕਿੱਟ ਦੇ ਨਾਲ ਫਿਰ ਟੈਸਟ ਕਰਦੇ ਹਾਂ ਇਹ ਦੇਖਣ ਦੇ ਲਈ ਵੀ ਇਹ ਕਿੱਟ ਦੇ ਵਿੱਚ ਕੋਈ ਕੋਈ ਗਲਤੀ ਤਾਂ ਨਹੀਂ ਹੈ ਜਾਂ ਕਰਨ ਵਾਲੇ ਤੋਂ ਕੋਈ ਇਹੋ ਜਿਹੀ ਗਲਤੀ ਤਾਂ ਨਹੀਂ ਲੱਗੀ ਹੈ ਤੇ ਅਸੀਂ ਉਹਨੂੰ ਡਬਲੀ ਕਨਫਰਮ ਕਰਦੇ ਹਾਂ। ਫਿਰ ਉਹਦੇ ਵਿੱਚ ਅਸੀਂ ਪ੍ਰੋਵੀਜ਼ਨ ਰੱਖਿਆ ਵੀ ਜਦੋਂ ਕੋਈ ਪੋਜ਼ੀਟਿਵ ਆ ਰਿਹਾ ਤਾਂ ਫਿਰ ਅਸੀਂ ਉਸ ਕੈਂਡੀਡੇਟ ਨੂੰ ਉਹਦੇ ਏਰੀਆ ਦੇ ਨੇੜੇ ਜਿਹੜਾ ਵੀ ਡੀਡਿਕਸ਼ਨ ਸੈਂਟਰ ਬੈਠਦਾ ਅਸੀਂ ਉੱਥੇ ਸਾਈਕੈਟਰਿਸਟ ਜਿਹੜੇ ਵੀ ਡਿਪਿਊਟ ਕੀਤੇ ਆ ਉਹਨਾਂ ਦੇ ਕੋਲ ਅਸੀਂ ਭੇਜਦੇ ਹਾਂ। ਇਹ ਗਵਰਨਮੈਂਟ ਸੈਂਟਰ ਨੇ ਸਾਰੇ ਜੀ। ਉੱਥੇ ਉਹਨਾਂ ਸੈਂਟਰ 'ਤੇ ਜਾ ਕੇ ਉਹਦੀ ਹਿਸਟਰੀ ਲਈ ਜਾਂਦੀ, ਉਹਦਾ ਐਗਜ਼ਾਮੀਨੇਸ਼ਨ ਕੀਤਾ ਜਾਂਦਾ। ਉਹਦੇ ਵਿੱਚ ਅਸੀਂ ਇਹ ਕਲੀਅਰ ਕਰਦੇ ਹਾਂ ਵੀ ਕੋਈ ਇਹੋ ਜਿਹਾ ਸਬਸਟਾਂਸ, ਕੋਈ ਇਹੋ ਜਿਹਾ ਫੂਡ ਉਹ ਗਲਤੀ ਨਾਲ ਤਾਂ ਨਹੀਂ ਖਾ ਰਿਹਾ। ਜਿਵੇਂ ਐਮਫੀਟਾਮਿਨ ਪਰਫਾਰਮੈਂਸ ਐਨਹਾਂਸਿੰਗ ਡਰੱਗ ਨੇ, ਬੱਚੇ ਕੋਈ એનર્ਜੀ ਡਰਿੰਕਸ ਪੀ ਕੇ ਆ ਗਏ, ਵਜਨ ਘਟਾਉਣ ਲਈ ਕੋਈ ਗੋਲੀ ਖਾਂਦਾ, ਕੋਈ ਵਜਨ ਵਧਾਉਣ ਲਈ ਖਾਂਦਾ, ਜਾਂ ਕੋਈ ਜ਼ੁਕਾਮ ਦੀ ਗੋਲੀ ਹੈ ਜਿਹੜੀ ਆਮ ਤੇਜ਼ਾਬ ਦੀ ਗੋਲੀ ਹੈ ਉਹ ਵੀ ਕਈ ਵਾਰ ਇਸ ਟੈਸਟ ਦੇ ਵਿੱਚ ਪੋਜ਼ੀਟਿਵ ਆ ਜਾਂਦੀ ਹੈ। ਅਸੀਂ ਹਿਸਟਰੀ ਕਲੀਅਰ ਕਰਦੇ ਹਾਂ। ਜੇ ਸਾਨੂੰ ਲੱਗਦਾ ਵੀ ਇਹ ਬਿਲਕੁਲ ਹਲਕੀ ਜਿਹੀ ਐਡਿਕਸ਼ਨ ਆ ਜਾਂ ਬਾਈ ਚਾਂਸ ਇਹ ਤੋਂ ਨਸ਼ਾ ਲਿੱਤਾ ਗਿਆ ਫਿਰ ਅਸੀਂ ਉਹਨੂੰ 7 ਦਿਨ ਦਾ ਟਾਈਮ ਦੇ ਕੇ ਉਹਨੂੰ ਫਿਰ ਆਪਣੇ ਕੋਲ ਦੁਬਾਰਾ ਤੋਂ ਬੁਲਾ ਰਹੇ ਹਾਂ। ਇਹ ਜਿਹੜਾ ਸਾਰੇ ਆ ਰਹੇ ਨੌਜਵਾਨ ਪੀੜ੍ਹੀ ਆ ਰਹੀ ਹੈ ਜੋ ਕੋਈ ਮੈਸੇਜ ਇੱਕ ਜਾ ਰਿਹਾ ਕਿ ਕਹਿੰਦੇ ਜੀ ਪੰਜਾਬ ਜਿਹੜਾ ਨਸ਼ੇ ਦੇ ਵਿੱਚ ਨੌਜਵਾਨ ਸਾਰੇ ਨਸ਼ੇ ਦੇ ਵਿੱਚ ਹੈ, ਇਹਨੂੰ ਦੇਖਦੇ ਹੋ ਤੁਸੀਂ ਕੀ ਦੇਖਦੇ ਹੋ ਕਿ ਹੁਣ ਤੁਸੀਂ ਫਿਜ਼ੀਕਲ ਤੁਸੀਂ ਸਾਰਿਆਂ ਨੂੰ ਨੌਜਵਾਨਾਂ ਨੂੰ ਦੇਖਿਆ ਕਿਵੇਂ ਦੇਖਦੇ ਹੋ? ਸਰ ਦੇਖੋ ਹੁਣ ਤੱਕ ਜਿੰਨੇ ਵੀ ਕੋਈ ਰਿਸਰਚ ਸਰਵੇ ਹੋਈ ਹੈ ਉਹਨਾਂ ਵਿੱਚ ਇੰਨਾ ਨੰਬਰ ਦਾ ਡਾਟਾ ਕਦੀ ਨਹੀਂ ਜਨਰੇਟ ਹੋਇਆ। ਜਿਹੜੀ ਹੁਣ ਇਹ ਕੈਂਡੀਡੇਟ ਦੀ ਭਰਤੀ ਹੋਊਗੀ ਤੁਸੀਂ ਐਸਟੀਮੇਟ ਲਾਓ ਕਿ 5 ਤੋਂ 6 ਲੱਖ ਦੇ ਵਿੱਚ ਸਾਡੇ ਕੋਲ ਯੂਥ ਕੈਂਡੀਡੇਟ ਜਿਹੜਾ ਹੈ ਕਿ ਅਸੀਂ ਸਕਰੀਨ ਕਰਾਂਗੇ ਵਿਚ ਇਜ਼ ਅ ਵੈਰੀ ਵੈਰੀ ਸਿਗਨੀਫੀਕੈਂਟ ਫਿਗਰ। ਹੁਣ ਤੱਕ ਦਾ ਜਿਹੜਾ ਡਾਟਾ ਹੈ ਉਹ ਸਾਡੇ ਕੋਲ ਸਿਰਫ 2.0% ਹੈ। ਜੇ ਅਸੀਂ ਇਹਨੂੰ 5 ਲੱਖ ਦੇ ਫਿਗਰ ਨੂੰ ਆਪਾਂ ਦੇਖੀਏ ਤਾਂ ਇੱਕ ਬਹੁਤ ਵੱਡੀ ਪਾਪੂਲੇਸ਼ਨ ਸਾਰੇ ਪੰਜਾਬ ਦੀ ਸਾਰੀਆਂ ਡਿਸਟ੍ਰਿਕਟ ਦੇ ਵਿੱਚ ਬਿਲਕੁਲ ਯੂਥ ਹੈ ਜਿਹੜਾ ਰੂਰਲ ਏਰੀਆ ਵੀ ਹੈ, ਅਰਬਨ ਏਰੀਆ ਵੀ ਹੈ, ਅਮੀਰ ਘਰ ਦਾ ਵੀ ਹੈ, ਗਰੀਬ ਘਰ ਦਾ ਵੀ ਹੈ। ਮਤਲਬ ਹਰ ਤਰ੍ਹਾਂ ਦੇ ਜਿਹੜਾ ਸੋਸ਼ਲ ਇਕਨੋਮਿਕ ਸਟੇਟ ਹੈ ਉਹ ਤਰ੍ਹਾਂ ਦਾ ਕੈਂਡੀਡੇਟ ਅਸੀਂ ਸਕਰੀਨ ਕਰ ਰਹੇ ਹਾਂ। ਅਤੇ ਜੇ ਇਸ ਟਾਈਮ ਵੀ ਇਹ ਫਿਗਰ 2 ਪੁਆਇੰਟ ਦੇ ਗੇਟ 'ਚ ਆ ਰਹੀ ਹੈ ਐਨੇ ਜ਼ਿਆਦਾ 5 ਤੋਂ 6 ਲੱਖ ਕੈਂਡੀਡੇਟ ਹੋਣ ਦੀ ਤਾਂ ਇਟ ਮੀਨਸ ਇਹ ਸਿਗਨੀਫੀਕੈਂਟ ਡਾਟਾ ਹੈ। ਅਤੇ ਉਸ ਹਿਸਾਬ ਦੇ ਨਾਲ ਜਿਵੇਂ 40% 60% ਦੀ ਕੋਈ ਫਿਗਰ ਕੋਟ ਹੁੰਦੀ ਹੈ ਉਸ ਤਰ੍ਹਾਂ ਦੀ ਸਾਨੂੰ ਦੇਖਣ 'ਚ ਕੋਈ ਚੀਜ਼ ਇਹੋ ਜਿਹੀ ਨਹੀਂ ਮਿਲ ਰਹੀ ਹੈਗੀ। ਹੁਣ ਪੰਜਾਬ ਪੁਲਿਸ ਦੇ ਵੱਲੋਂ ਜੋ ਇਹ ਡਾਟਾ ਜਾਰੀ ਕੀਤਾ ਗਿਆ ਹੈ ਕਿ ਸਿਰਫ 2.07% ਨੌਜਵਾਨ ਡੋਪ ਟੈਸਟ ਦੇ ਵਿੱਚ ਫੇਲ ਹੋਏ ਨੇ, ਇਸ ਦੇ ਨਾਲ ਇਹ ਤਾਂ ਬਿਲਕੁਲ ਪ੍ਰੋਜੈਕਟ ਨਹੀਂ ਕੀਤਾ ਜਾ ਸਕਦਾ ਕਿ ਸੂਬੇ ਦੇ ਵਿੱਚ ਨਸ਼ਾ ਜਾਂ ਨਸ਼ੇੜੀ ਨਹੀਂ ਹਨ। ਨਸ਼ੇੜੀ ਹੋ ਸਕਦੇ ਨੇ ਮਗਰ ਉਹਨੇ ਵੱਡੇ ਪੱਧਰ ਤੇ ਨਹੀਂ ਹਨ ਜਿੰਨੇ ਕੀ ਪ੍ਰੋਜੈਕਟ ਕੀਤੇ ਗਏ ਨੇ। ਹੁਣ ਇਸ ਦੇ ਨਾਲ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਸੂਬੇ ਦੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਨੂੰ ਇਹ ਬਿਲਕੁਲ ਨਹੀਂ ਸਮਝਣਾ ਚਾਹੀਦਾ ਹੈ ਕਿ ਸਾਡੇ ਟੈਨਿਓਰ ਦੇ ਵਿੱਚ ਸੂਬੇ ਦੇ ਵਿੱਚ ਘੱਟ ਤੋਂ ਘੱਟ ਨਸ਼ੇ ਦਾ ਦਾਗ ਹਟ ਚੱਲਿਆ ਹੈ ਜਾਂ ਹਟ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗਵਰਨਮੈਂਟ ਨੂੰ ਵੀ ਇਸ ਨੂੰ ਨੈਸ਼ਨਲ ਪ੍ਰੋਬਲਮ ਦੇ ਤੌਰ ਤੇ ਵੇਖਣਾ ਹੋਵੇਗਾ ਕਿਉਂਕਿ ਇਹ ਸੱਚਮੁੱਚ ਇਸ ਦੇਸ਼ ਦੀ ਸਮੱਸਿਆ ਹੈ। ਬੀਜੇਪੀ ਦੇ ਨਾਲ ਨਾਲ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੀ ਇਹ ਸਮਝਣਾ ਹੋਵੇਗਾ ਕਿ ਨਸ਼ਾ ਗੋਆ ਦੇ ਵਿੱਚ ਵੀ ਹੈ, ਨਸ਼ਾ ਦਿੱਲੀ ਦੇ ਵਿੱਚ ਵੀ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਹੋਵੇਗਾ ਤੇ ਹੋਰ ਵੀ ਕਈ ਸੂਬਿਆਂ ਦੇ ਵਿੱਚ ਹੋਵੇਗਾ। ਇਸ ਕਰਕੇ ਇਹ ਦੇਸ਼ ਦੀ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਲਈ ਆਪਸੀ ਲੜਾਈਆਂ ਨੂੰ ਛੱਡ ਕੇ ਇਸ ਦੇਸ਼ ਦੀ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਪ੍ਰਾਇੋਰਿਟੀ ਬੇਸਿਸ ਤੇ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਸਿਆਸਤ ਦੀ ਲੜਾਈ ਦੇ ਲਈ, ਸੱਤਾ ਤੇ ਪਹੁੰਚਣ ਦੇ ਲਈ ਇਸ ਨਸ਼ੇ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਫਿਲਹਾਲ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਮੈਨੂੰ ਗੁਰਮੀਤ ਨੂੰ, ਮੇਰੇ ਵੀਡੀਓ ਜਰਨਲਿਸਟ ਸ਼ਸ਼ੀ ਚੰਦ ਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ PTC ਨਿਊਜ਼।